ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਅੱਜ ਦਾਸ ਸਿਹਤ ਦੀ ਸੰਭਾਲ ਵਾਸਤੇ ਜੋ ਮਹਾਂਪੁਰਖਾਂ ਨੇ ਸਮੇਂ ਦੇ ਵਿੱਚ ਦੇਸੀ ਨੁਕਤੇ ਵਰਤੋਂ ਵਿੱਚ ਲਿਆਂਦੇ ਆ, ਇਹਨਾਂ ਦੀ ਇੱਕ ਵਿਚਾਰ ਦਾਸ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ। ਦੇਖੋ, ਸਭ ਤੋਂ ਪਹਿਲਾਂ ਜਿਹੜਾ ਮਹਾਂਪੁਰਖਾਂ ਨੇ ਦੇਸੀ ਨੁਕਤਾ ਅਜਮਾਇਆ ਹੈ, ਉਹ ਨੁਕਤਾ ਹੈ ਕੈਂਸਰ ਦਾ। ਹੁਣ ਦੇਖੋ, ਕੈਂਸਰ ਦੀ ਜਿਹੜੀ ਬਿਮਾਰੀ ਆ ਬੜੀ ਭਿਆਨਕ ਹੈਗੀ ਆ, ਪਰ ਇਸ ਦਾ ਇਲਾਜ ਜਿਹੜਾ ਉਹ ਅੱਜ ਤੱਕ ਉਹਨਾਂ ਸੰਭਵ ਨਹੀਂ ਹੋ ਸਕਿਆ ਜਿਹੜਾ ਮਹਾਂਪੁਰਖਾਂ ਨੇ ਬੜੇ ਸਰਲ ਤਰੀਕੇ ਦੇ ਨਾਲ ਦੱਸਿਆ ਹੈਗਾ। ਸੋ ਇੱਕ ਹਿੰਦੁਸਤਾਨ ਦੇ ਬੜੇ ਮਸ਼ਹੂਰ ਮਹਾਂਪੁਰਖ ਹੋਏ ਆ, ਉਹਨਾਂ ਦੇ ਪਾਸ ਹਿੰਦੁਸਤਾਨ ਦੇ ਜਿੰਨੇ ਵੀ ਜਿਹੜੇ ਅਮੀਰ ਵਜ਼ੀਰ, ਇੱਥੋਂ ਤੱਕ ਪ੍ਰਧਾਨ ਮੰਤਰੀ ਤੱਕ ਵੀ ਉਹਨਾਂ ਦੇ ਪੈਰਾਂ ਦੀ ਧੂੜ ਮੰਗਦੇ ਸੀਗੇ। ਇੱਕ ਵਾਰ ਬਹੁਤ ਸਾਰੇ ਜਿਹੜੇ ਪ੍ਰੇਮੀ ਸੀ ਉਹਨਾਂ ਦੇ ਪਾਸ ਆਏ, ਉਹਨਾਂ ਨੂੰ ਕਹਿਣ ਲੱਗੇ ਕਿ ਮਹਾਂਪੁਰਖੋ, ਅੱਜ ਕੱਲ੍ਹ ਕੈਂਸਰ ਦੀ ਬਿਮਾਰੀ ਦਾ ਬੜਾ ਜ਼ੋਰ ਵਾ, ਅਤੇ ਤੁਸੀਂ ਕਿਰਪਾ ਕਰੋ ਕੋਈ ਸਾਨੂੰ ਇਸ ਦਾ ਇਲਾਜ ਦੱਸੋ। ਫਿਰ ਦੇਖੋ ਨਾ, ਮਹਾਂਪੁਰਖਾਂ ਨੇ ਬੜਾ ਸੌਖਾ ਇਲਾਜ ਦੱਸਿਆ। ਸੋ ਸਾਨੂੰ ਇਹ ਇਲਾਜ ਜਿਹੜਾ ਨੋਟ ਕਰ ਲੈਣਾ ਚਾਹੀਦਾ ਹੈ। ਮਹਾਂਪੁਰਖ ਦੱਸਦੇ ਸੀਗੇ ਕਿ ਤਾਜ਼ੀ ਜਿਹੜੀ ਦੇਸੀ ਗਾਂ ਹੈਗੀ ਆ, ਇਸ ਦੇਸੀ ਗਾਂ ਦਾ ਦੁੱਧ ਹੋਵੇ, ਇਸ ਦੇਸੀ ਗਾਂ ਦੇ ਦੁੱਧ ਦਾ ਅਸੀਂ ਕਹਿੰਦੇ ਦਹੀਂ ਬਣਾ ਲੈਣਾ ਹੈਗਾ। ਦੇਖੋ, ਦਹੀਂ ਜਦੋਂ ਬਣਾਇਆ ਹੈਗਾ ਅਤੇ ਇਸ ਦਹੀਂ ਨੂੰ ਅੰਮ੍ਰਿਤ ਵੇਲੇ ਇਹਦੇ ਵਿੱਚ ਥੋੜ੍ਹੀ ਕਾਲੀ ਮਿਰਚ ਪੀਸ ਕੇ ਇਸ ਦਹੀਂ ਦੇ ਵਿੱਚ ਮਿਲਾ ਦੇਣੀ ਆ, ਅਤੇ ਇਸ ਦੇ ਨਾਲ 35 ਜਿਹੜੇ ਤੁਲਸੀ ਦਲ ਵਾ, ਤੁਲਸੀ ਦੇ ਪੱਤੇ ਹੈਗੇ ਆ, 35 ਤੁਲਸੀ ਦਲ ਰੋਜ਼ਾਨਾ ਇਸ ਦਹੀਂ ਦੇ ਸੇਵਨ ਕਰਕੇ ਖਾਣੇ ਆ, ਅਤੇ ਇਹਦੇ ਨਾਲ ਜਿਹੜੀ ਕੈਂਸਰ ਦੀ ਬਿਮਾਰੀ ਆ ਕਹਿੰਦੇ ਵੀ ਉਹ ਜੜ੍ਹ ਤੋਂ ਖਤਮ ਹੋ ਜਾਊਗੀ। ਸੋ ਇਹ ਮਹਾਂਪੁਰਖਾਂ ਨੇ ਜਿਹੜਾ ਨੁਕਤਾ ਦੱਸਿਆ ਸੀ ਉਹਨਾਂ ਟਾਈਮਾਂ ਦੇ ਵਿੱਚ। ਸੋ ਬਹੁਤ ਸਾਰੇ ਜਿਹੜੇ ਉਹਨਾਂ ਦੇ ਪ੍ਰੇਮੀ ਸ਼ਰਧਾਲੂ ਸੀ, ਉਹਨਾਂ ਨੇ ਇਹ ਨੁਕਤਾ ਜਿਹੜਾ ਉਹਨਾਂ ਟਾਈਮਾਂ ਦੇ ਵਿੱਚ ਅਜਮਾਇਆ ਸੀਗਾ, ਔਰ ਵਾਕਿਆ ਹੀ ਬਹੁਤ ਸਾਰੇ ਜਿਹੜੇ ਸ਼ਰਧਾਲੂ ਨੂੰ ਕੈਂਸਰ ਦੀ ਬਿਮਾਰੀ ਤੋਂ ਬੜੀ ਰਾਹਤ ਪ੍ਰਾਪਤ ਹੋ ਗਈ ਸੀਗੀ। ਔਰ ਬੜਾ ਸਿੰਪਲ ਅਤੇ ਸੌਖਾ ਇਲਾਜ ਵਾ। ਇੱਕ ਗਾਂ ਦਾ ਜਿਹੜੀ ਤਾਜ਼ੀ ਸੂਈ ਹੋਵੇ ਉਹਦਾ ਦਹੀਂ ਜਮਾ ਕੇ ਵਿੱਚ ਕਾਲੀ ਮਿਰਚ ਪਾ ਕੇ ਅਤੇ ਨਾਲ 35 ਤੁਲਸੀ 10 ਦਾ ਸੇਵਨ ਜਿਹੜਾ ਰੋਜ਼ ਸਵੇਰੇ ਅੰਮ੍ਰਿਤ ਵੇਲੇ ਕਰਨਾ ਹੈਗਾ। ਇਹਦੇ ਨਾਲ ਕੈਂਸਰ ਦੀ ਬਿਮਾਰੀ ਦੇ ਜਿੰਨੇ ਵੀ ਕੀਟਾਣੂ ਆ ਇਸ ਦੇ ਨਾਲ ਤਕਰੀਬਨ ਪੂਰੀ ਤਰ੍ਹਾਂ ਸੜ ਜਾਣਗੇ ਜਾਂ ਖਤਮ ਹੋ ਜਾਣਗੇ। ਸੋ ਅਗਲਾ ਨੁਕਤਾ ਜਿਹੜਾ ਮਹਾਂਪੁਰਖਾਂ ਨੇ ਦਮੇ ਦਾ ਦੱਸਿਆ ਸੀਗਾ। ਇਹ ਵੀ ਭਾਰਤ ਵਰਸ਼ ਦੇ ਇੱਕ ਮਸ਼ਹੂਰ ਮਹਾਂਪੁਰਖ ਸੀ। ਉਹਨਾਂ ਨੇ ਇੱਕ ਵਾਰੀ ਸੰਗਤ ਦੇ ਕਿਸੇ 'ਤੇ ਦੱਸਿਆ ਸੀ ਕਿ ਦਮੇ ਦਾ ਇਲਾਜ ਕਿਵੇਂ ਹੋ ਸਕਦਾ ਹੈ। ਉਹ ਇਸ ਤਰ੍ਹਾਂ ਸੀਗਾ ਕਿ ਇੱਕ ਵਾਰੀ ਉਹਨਾਂ ਦਾ ਇੱਕ ਸੇਵਕ ਸੀਗਾ, ਉਹ ਸੇਵਕ ਨੂੰ ਦਮਾ ਹੋ ਗਿਆ। ਜਦੋਂ ਦਮੇ ਦੀ ਬਿਮਾਰੀ ਹੋਈ, ਉਹ ਜਿਹੜਾ ਸੇਵਕ ਸੀਗਾ ਉਹ 5 ਕਦਮਾਂ ਚੱਲ ਨਹੀਂ ਸੀ ਸਕਦਾ, ਇੰਨਾ ਬਿਮਾਰੀ ਜ਼ੋਰ ਖਾਂਦੀ ਸੀਗੀ, ਇੰਨਾ ਉਹਨੂੰ ਸਾਹ ਚੜ੍ਹਦਾ ਸੀਗਾ ਇਸ ਦਮੇ ਦੀ ਬਿਮਾਰੀ ਦੇ ਨਾਲ। ਫਿਰ ਉਸਨੇ ਮਹਾਂਪੁਰਖਾਂ ਦੇ ਅੱਗੇ ਅਪੀਲ ਕੀਤੀ ਕਿ ਮਹਾਂਪੁਰਖੋ, ਕੋਈ ਇਲਾਜ ਹੈਗਾ ਤਾਂ ਦੱਸੋ। ਦੇਖੋ, ਮਹਾਂਪੁਰਖ ਕਹਿਣ ਲੱਗੇ, ਕਹਿੰਦੇ ਭਾਈ ਇਹਦਾ ਬੜਾ ਇੱਕ ਸੌਖਾ ਇਲਾਜ ਆ ਦਮੇ ਦਾ। ਉਹ ਇਹ ਹੈਗਾ ਕਿ ਦੇਸੀ ਗਾਂ ਤਕਰੀਬਨ ਜਿਹੜੀ ਪਹਿਲੇ ਸੂਏ ਦੀ ਹੋਵੇ, ਉਹਦਾ ਜਿਹੜਾ ਪਹਿਲਾ ਬੱਚਾ ਹੋਵੇ ਜਾਂ ਬੱਚੀ ਹੋਵੇ, ਅਤੇ ਪਹਿਲੇ ਸੂਏ ਦੀ ਗਾਂ ਦਾ ਪਹਿਲਾ ਦੁੱਧ ਜਿਹਨੂੰ ਅਸੀਂ ਬੌਲੀ ਆਖਦੇ ਹਾਂ, ਇਹ ਬੌਲੀ ਵਾਲਾ ਦੁੱਧ ਜਿਹੜਾ ਕਹਿੰਦੇ ਇਹ ਚੋਣਾ ਹੈਗਾ। ਅਗਰ ਦੂਏ ਸੂਏ ਦੀ ਆ ਤਾਂ ਵੀ ਕੋਈ ਹਰਜ ਨਹੀਂ ਹੈਗਾ, ਅਤੇ ਤੀਏ ਦੀ ਆ ਫਿਰ ਥੋੜ੍ਹਾ ਉਹਦਾ ਜਿਹੜਾ ਪ੍ਰਭਾਵ ਹੈਗਾ ਘੱਟ ਪੈਂਦਾ ਦੁੱਧ ਦਾ। ਪਰ ਅਗਰ ਪਹਿਲੇ ਸੂਏ ਦੀ ਗਾਂ ਦੇਸੀ ਮਿਲ ਜਾਵੇ ਤਾਂ ਉਹਦੀ ਬੌਲੀ ਜਿਹੜੀ ਆ, ਉਹ ਕਹਿੰਦੇ ਉਹ ਜਿਹੜਾ ਬੌਲੀ ਵਾਲਾ ਦੁੱਧ ਵਾ ਉਸ ਦੁੱਧ ਨੂੰ ਛਾਣ ਲੈਣਾ ਹੈਗਾ। ਉਹ ਜਦੋਂ ਦੁੱਧ ਤੁਸੀਂ ਛਾਣੋਗੇ, ਛਾਣ ਕੇ ਫਿਰ ਉਹ ਦੁੱਧ ਜਿਹੜਾ ਥੋੜ੍ਹਾ ਗਰਮ ਕਰਕੇ ਪੀਣਾ। ਜਦ ਕੋਸਾ ਕਰਕੇ ਪੀਓਗੇ, ਕੋਸਾ ਕਰਕੇ ਪੀਣ ਦੇ ਨਾਲ ਜਿੰਨਾ ਤੁਸੀਂ ਪੀ ਸਕਦੇ ਉਨਾ ਪੀਣ ਦਾ ਯਤਨ ਕਰਨਾ, ਅਤੇ ਪੀਣ ਤੋਂ ਬਾਅਦ ਫਿਰ ਤੁਸੀਂ ਸੈਰ ਕਰਨੀ ਆ। ਜਦੋਂ ਤੁਸੀਂ ਸੈਰ ਕਰੋਗੇ ਤਾਂ ਇਹਦੇ ਨਾਲ ਦਮਾ ਜਿਹੜਾ ਉਸ ਦੁੱਧ ਦੇ ਦੇਖੋ ਪ੍ਰਭਾਵ ਦੇ ਨਾਲ ਜੜੋਂ ਖਤਮ ਹੋ ਜਾਊਗਾ। ਇਹ ਮਹਾਂਪੁਰਖਾਂ ਨੇ ਉਦੋਂ ਨੁਕਤਾ ਦੱਸਿਆ ਸੀਗਾ। ਸੋ ਇਹ ਜਿਹੜਾ ਨੁਕਤਾ ਸੀ ਉਹਨਾਂ ਨੇ ਸੇਵਕ ਨੇ ਜਮਾਇਆ ਸੀਗਾ। ਉਦੋਂ ਉਹਨਾਂ ਦੇ ਆਸ਼ਰਮ ਦੇ ਵਿੱਚ ਇੱਕ ਜਿਹੜੀ ਤਾਜ਼ੀ ਗਾਂ ਸੀ, ਪਹਿਲਾ ਜਿਹਨੇ ਸੂਆ ਦਿੱਤਾ ਸੀਗਾ, ਅਤੇ ਉਸ ਸੂਏ ਦਾ ਜਦੋਂ ਪਹਿਲਾ ਦੁੱਧ ਚੋਇਆ ਸੀਗਾ, ਇਸ ਦੁੱਧ ਨੂੰ ਉਹਨਾਂ ਮਹਾਤਮਾ ਨੇ ਜਿਹੜਾ ਸੀ ਛਾਣ ਲਿਆ ਸੀਗਾ, ਛਾਣ ਕੇ ਉਬਾਲਿਆ, ਗਰਮ ਕੀਤਾ। ਫਿਰ ਤਕਰੀਬਨ ਕਿਲੋ ਕੁ ਦੁੱਧ ਉਹਨਾਂ ਨੇ ਜਿਹੜਾ ਸੀਗਾ ਕੋਸਾ ਜਿਹੜਾ ਪੀਤਾ ਸੀਗਾ। ਤਕਰੀਬਨ ਜਦੋਂ ਕਿਲੋ ਕੁ ਦੁੱਧ ਕੋਸਾ ਪੀਤਾ, ਜਿੰਨਾ ਵੀ ਉਹਨਾਂ ਤੋਂ ਪੀ ਹੋਇਆ, ਅਤੇ ਉਸ ਤੋਂ ਬਾਅਦ ਫਿਰ ਮਹਾਂਪੁਰਖਾਂ ਦੇ ਕਹਿਣ ਦੇ ਮੁਤਾਬਕ ਫਿਰ ਬਹਿਣਾ ਨਹੀਂ ਗਾ, ਫਿਰ ਸੈਰ ਕਰਨੀ ਹੈਗੀ ਆ। ਫਿਰ ਉਹਨਾਂ ਨੇ 4-5 ਕਿਲੋਮੀਟਰ ਸੈਰ ਕੀਤੀ ਸੀ। ਇਹ ਬੌਲੀ ਦਾ ਦੁੱਧ ਕੋਸਾ ਕੱਪੜ ਛਾਣ ਕਰਕੇ ਪੀ ਕੇ, ਅਤੇ ਫਿਰ ਉਹਨਾਂ ਦਾ ਜਿਹੜਾ ਦਮਾ ਸੀਗਾ ਉਸ ਤੋਂ ਬਾਅਦ ਉਹ ਤਕਰੀਬਨ ਪੂਰਾ ਸਾਫ਼ ਹੋ ਗਿਆ ਸੀ। ਜਿਹੜੀਆਂ ਨਾਲੀਆਂ ਸੀਗੀਆਂ ਦਮੇ ਦੇ ਨਾਲ ਫੁੱਲਦੀਆਂ ਸੀਗੀਆਂ ਜਾਂ ਸਾਹ ਚੜ੍ਹਦਾ ਸੀਗਾ, ਉਹ ਬਿਲਕੁਲ ਅੰਦਰੋਂ ਪੱਧਰੀਆਂ ਹੋ ਗਈਆਂ ਸੀਗਾ। ਦੇਖੋ, ਬੜਾ ਸੌਖਾ ਅਤੇ ਸਿੰਪਲ ਤਰੀਕਾ ਮਹਾਂਪੁਰਖਾਂ ਨੇ ਦੱਸਿਆ ਹੈਗਾ। ਇਸ ਦੇ ਨਾਲ ਜਿਹੜਾ ਦਮਾ ਹੈਗਾ ਇਹ ਵੀ ਜੜ੍ਹ ਤੋਂ ਖਤਮ ਹੋ ਜਾਂਦਾ ਹੈਗਾ।
ਹੁਣ ਤੀਸਰਾ ਚੀਜ਼ ਆ ਵੀ ਜਿਹੜੇ ਕੰਨ ਹਨ ਵੀ ਕੰਨਾਂ ਦੇ ਵਿੱਚ ਛਾਂ ਹੋਣੀ ਜਾਂ ਕੰਨ ਖੁਸ਼ਕ ਹੋ ਜਾਣੇ ਜਾਂ ਕੰਨਾਂ ਦੇ ਵਿੱਚ ਉੱਚਾ ਸੁਣਨਾ, ਇਹਦਾ ਵੀ ਇਲਾਜ ਮਹਾਂਪੁਰਖਾਂ ਨੇ ਆਪਣੇ ਅਜਮਾਏ ਹੋਏ ਤਰੀਕੇ ਦੇ ਨਾਲ ਦੱਸਿਆ ਹੈਗਾ। ਉਹਦੇ ਵਿੱਚ ਇੱਕ ਮਹਾਤਮਾ ਨੇ ਦੱਸਿਆ ਸੀਗਾ ਕਿ ਅਗਰ ਕੰਨਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਆ ਜਾਵੇ, ਕੋਈ ਪ੍ਰੋਬਲਮ ਆ ਜਾਵੇ, ਤਾਂ ਫਿਰ ਉਸ ਟਾਈਮ ਕਹਿੰਦੇ ਗਾਂ ਦਾ ਦੁੱਧ ਲੈ ਲੈਣਾ, ਦੇਸੀ ਗਾਂ ਦਾ, ਕਿਲੋ ਲੈ ਲਓ ਜਾਂ 1.5 ਕਿਲੋ ਲੈ ਲਓ, ਜਿੰਨਾ ਤੁਸੀਂ ਵੱਧ ਤੋਂ ਵੱਧ ਪੀ ਸਕਦੇ ਆ। ਇਸ ਦੁੱਧ ਦੇ ਵਿੱਚ ਤੁਸੀਂ ਘੱਟੋ ਘੱਟ ਨਹੀਂ ਤਾਂ 12 ਗ੍ਰਾਮ ਜਿਹੜਾ ਦੇਸੀ ਘੀ ਆ ਇਹਦੇ ਵਿੱਚ ਪਾ ਕੇ ਮਿਕਸ ਕਰਨਾ ਹੈਗਾ। ਜਦੋਂ ਤੁਸੀਂ 12 ਗ੍ਰਾਮ ਦੁੱਧ ਇਹਦੇ ਵਿੱਚ ਪਾ ਕੇ ਮਿਕਸ ਕਰਨਾ, ਮਿਕਸ ਵੀ ਜਾਣੀ ਇੰਨਾ ਕਰਨਾ ਹੈਗਾ ਕਿ ਜਿਹੜਾ ਉਹ ਘੀ ਦੁੱਧ ਦੇ ਵਿੱਚ ਪੂਰੀ ਤਰ੍ਹਾਂ ਮਿਕਸ ਹੋ ਜਾਵੇ, ਤਦ ਤੱਕ ਇਹਨੂੰ ਹਿਲਾਉਂਦੇ ਰਹਿਣਾ ਹੈਗਾ। ਇੱਕ ਗਲਾਸ ਤੋਂ ਦੂਸਰੇ ਗਲਾਸ ਦੇ ਵਿੱਚ ਪਾਉਂਦੇ ਰਹਿਣਾ ਤਾਂ ਜੋ ਜਿਹੜਾ ਦੁੱਧ ਘੀ ਦੇ ਵਿੱਚ ਪੂਰੀ ਤਰ੍ਹਾਂ ਮਿਕਸ ਹੋ ਜਾਵੇ। ਇਸ ਤਰ੍ਹਾਂ ਜਦੋਂ ਅਸੀਂ ਇਹ ਦੁੱਧ ਰੋਜ਼ ਪੀਵਾਂਗੇ ਇਸ ਤਰ੍ਹਾਂ ਕਰਕੇ, ਤਾਂ ਫਿਰ ਜਿਹੜੇ ਕੰਨ ਕੰਨਾਂ ਦੀ ਜਿਹੜੀ ਖੁਸ਼ਕ ਨਾੜੀਆਂ ਹੈਗੀਆਂ ਉਹ ਪੂਰੀ ਤਰ੍ਹਾਂ ਤਰ ਹੋ ਜਾਣਗੀਆਂ ਅਤੇ ਕੰਨਾਂ ਦੇ ਵਿੱਚੋਂ ਪੂਰੀ ਸਾਫ਼ ਤਰ੍ਹਾਂ ਸੁਣਨਾ ਮਿਲ ਜਾਊਗਾ। ਉਹਨਾਂ ਮਹਾਤਮਾ ਨੇ ਦੱਸਿਆ ਸੀਗਾ ਕਿ ਸਾਡੇ ਹੀ ਇੱਕ ਆਸ਼ਰਮ ਦੇ ਅੰਦਰ ਕਹਿੰਦੇ ਇੱਕ ਪ੍ਰੇਮੀ ਆਇਆ। ਉਸ ਪ੍ਰੇਮੀ ਨੇ ਮਹਾਂਪੁਰਖਾਂ ਦੇ ਕੋਲ ਬੇਨਤੀ ਕੀਤੀ ਕਿ ਮਹਾਂਪੁਰਖੋ, ਮੇਰੇ ਕੰਨਾਂ ਦੇ ਵਿੱਚ ਬੜੀਆਂ ਛਾਂ ਦੀਆਂ ਆਵਾਜ਼ਾਂ ਆਉਣ ਲੱਗ ਪਈਆਂ, ਮੈਨੂੰ ਬੜਾ ਉੱਚੀ ਸੁਣਨ ਲੱਗ ਪਿਆ ਹੈਗਾ। ਅਤੇ ਕਹਿੰਦੇ ਮੈਂ ਡਾਕਟਰਾਂ ਕੋਲ ਗਿਆ ਸੀ, ਡਾਕਟਰਾਂ ਜਿਹੜੇ ਉਹ ਡਾਕਟਰ ਜਿਹੜੇ ਕੰਨਾਂ ਦੇ ਸਪੈਸ਼ਲਿਸਟ ਸੀਗੇ, ਕਹਿੰਦੇ ਉਹਨਾਂ ਡਾਕਟਰਾਂ ਨੇ ਮੈਨੂੰ ਦੱਸਿਆ ਸੀਗਾ ਕਿ ਤੇਰੇ ਕੰਨ ਦਾ ਆਪਰੇਸ਼ਨ ਕਰਨਾ ਪੈਣਾ, ਫਿਰ ਇਹਦੇ ਵਿੱਚ ਮਸ਼ੀਨ ਫਿੱਟ ਕਰਨੀ ਪੈਣੀ ਹੈ ਤਾਂ ਜਾ ਕੇ ਤੇਰੇ ਕੰਨ ਜਿਹੜੇ ਸੁਣਨਗੇ, ਕਿਉਂਕਿ ਨਾੜਾਂ ਜਿਹੜੀਆਂ ਨੇ ਤੇਰੀਆਂ ਕੰਨਾਂ ਦੀਆਂ ਸੁੰਗੜ ਗਈਆਂ ਖੁਸ਼ਕ ਹੋ ਕੇ। ਫਿਰ ਪ੍ਰੇਮੀ ਕਹਿਣ ਲੱਗੇ ਕਿ ਮੈਂ ਬਹੁਤ ਘਬਰਾ ਗਿਆ। ਫਿਰ ਉਸ ਟਾਈਮ ਮੈਂ ਮਹਾਂਪੁਰਖਾਂ ਦੇ ਪਾਸ ਗਿਆ ਸੀ। ਫਿਰ ਮਹਾਂਪੁਰਖਾਂ ਨੇ ਕਹਿੰਦੇ ਮੈਨੂੰ ਇਹ ਨੁਕਤਾ ਦੱਸਿਆ ਸੀਗਾ ਵੀ ਦੇਸੀ ਗਾਂ ਦਾ ਦੁੱਧ ਲੈ ਲੈਣਾ, ਇਸ ਗਾਂ ਦੇ ਦੁੱਧ ਦੇ ਵਿੱਚ ਦੇਸੀ ਗਾਂ ਦਾ ਘਿਓ ਪਾ ਕੇ ਅਤੇ ਇਹਨੂੰ ਪੂਰੀ ਤਰ੍ਹਾਂ ਰਲਾ ਕੇ ਤਦ ਤੱਕ ਜਿਹੜਾ ਉਹ ਮਿਕਸ ਕਰੀ ਜਾਣਾ ਜਦ ਤੱਕ ਉਹ ਜਿਹੜਾ ਘਿਓ ਆ ਉਹ ਦੁੱਧ ਦੇ ਵਿੱਚ ਪੂਰੀ ਤਰ੍ਹਾਂ ਮਿਲ ਨਹੀਂ ਜਾਂਦਾ। ਕਹਿੰਦੇ ਵੀ ਉਹਨਾਂ ਨੇ ਮੈਨੂੰ 12 ਗ੍ਰਾਮ ਦੁੱਧ ਕਿਹਾ ਸੀਗਾ, ਪਰ ਕਹਿੰਦੇ ਮੈਂ ਕੀ ਕੀਤਾ, ਕਿਉਂਕਿ ਉਹ ਜਿਹੜੇ ਸੱਜਣ ਸੀਗੇ ਜਿਨ੍ਹਾਂ ਦੇ ਕੰਨਾਂ 'ਚ ਤਕਲੀਫ ਸੀ, ਉਹ ਸਿਹਤ ਦੇ ਪੱਖੋਂ ਬੜੇ ਨਰੋਏ ਸੀਗੇ। ਉਹ ਕਹਿੰਦੇ ਮੈਂ ਕਿਲੋ 1.5 ਕਿਲੋ ਘੀ ਗਾਂ ਦਾ ਜਿਹੜਾ ਸੀਗਾ ਉਹ ਲਿਆ। ਜਦ ਕਹਿੰਦੇ ਦੇਸੀ ਗਾਂ ਦਾ ਜਿਹੜਾ ਕਿਲੋ 1.5 ਕਿਲੋ ਘੀ ਲਿਆ ਤਾਂ ਉਹਦੇ ਵਿੱਚੋਂ ਤਕਰੀਬਨ 100-200 ਗ੍ਰਾਮ ਕਹਿੰਦੇ ਗਾਂ ਦਾ ਜਿਹੜਾ ਦੇਸੀ ਘਿਓ ਆ, ਮੈਂ ਉਹਦੇ ਵਿੱਚ ਪਾ ਕੇ ਉਹਨੂੰ ਚੰਗੀ ਤਰ੍ਹਾਂ ਰਲਾਇਆ। ਕਾਫੀ ਦੇਰ ਕਹਿੰਦੇ ਮੈਂ ਉਹਨੂੰ ਰਲਾ ਕੇ ਜਦੋਂ ਦੇਖਿਆ ਵੀ ਘੀ ਜਿਹੜਾ ਦੁੱਧ 'ਚ ਪੂਰੀ ਤਰ੍ਹਾਂ ਘੁਲ ਗਿਆ ਹੈਗਾ, ਤਾਂ ਫਿਰ ਕਹਿੰਦੇ ਵੀ ਮੈਂ ਉਹਨੂੰ ਕੋਸਾ ਜਿਹੜਾ ਸੀਗਾ ਉਹ ਕਹਿੰਦੇ ਫਿਰ ਮੈਂ ਪੀ ਲਿਆ। ਜਦੋਂ ਕਹਿੰਦੇ ਉਹ ਗਾਂ ਦਾ ਰਲਿਆ ਹੋਇਆ ਘਿਓ ਕੋਸਾ ਕਰਕੇ ਪੀਤਾ, ਪੀਣ ਤੋਂ ਬਾਅਦ ਕਹਿੰਦੇ ਕਿ ਐਸੀ ਅੰਦਰ ਹਲਚਲ ਹੋਈ ਕਿ ਮੇਰੇ ਜਿਹੜੇ ਦੋਨੇ ਕੰਨ ਸੀ, ਦੋਨਾਂ ਕੰਨਾਂ ਦੇ ਵਿੱਚ ਨਾੜਾਂ ਦਾ ਜਿਹੜਾ ਸੀ ਬੜਾ ਭਾਰੀ ਖੜਕਾ ਹੋਇਆ, ਜਿਵੇਂ ਉਹ ਕਹਿ ਲਓ ਜਿਵੇਂ ਗਵਾਰਾ ਫਟਿਆ ਹੁੰਦਾ ਹੈਗਾ। ਅਤੇ ਇਸ ਤਰ੍ਹਾਂ ਕਹਿੰਦੇ ਵੀ ਜਿਹੜੇ ਨਾੜਾਂ ਦਾ ਜੋ ਤਰ੍ਹਾਂ ਖੜਕਾ ਹੋਇਆ ਜਿਵੇਂ ਨਾੜਾਂ 'ਚ ਹਵਾ ਭਰੀ ਹੋਵੇ, ਅਤੇ ਕਹਿੰਦੇ ਖੜਕਾ ਹੋਣ ਦੇ ਨਾਲ ਹੀ ਕਹਿੰਦੇ ਵੀ ਮੈਨੂੰ ਪੂਰੀ ਤਰ੍ਹਾਂ ਸੁਣਨ ਲੱਗ ਪਿਆ, ਮੇਰੇ ਕੰਨ ਪੂਰੀ ਤਰ੍ਹਾਂ ਪੱਧਰੇ ਹੋ ਗਏ। ਅੱਜ ਤੱਕ ਉਹ ਸੱਜਣਾ ਨੂੰ ਕੰਨਾਂ ਦੀ ਕੋਈ ਤਕਲੀਫ ਨਹੀਂ ਹੋਈ। ਫਿਰ ਜਿਹਨਾਂ ਨੇ ਇਹ ਜਿਹੜਾ ਨੁਕਤਾ ਦੱਸਿਆ ਸੀ ਫਿਰ ਉਹ ਨੁਕਤਾ ਦੱਸਣ ਵਾਲੇ ਨੂੰ ਉਹਨਾਂ ਨੇ ਜਿਹੜਾ ਸੀ ਇਹ ਫੋਨ ਕੀਤਾ ਕਿ ਤੁਸੀਂ ਕਿਹਾ ਸੀਗਾ ਵੀ ਗਾਂ ਦਾ ਦੇਸੀ ਘੀ ਲੈ ਕੇ ਉਹ 'ਚ 12 ਗ੍ਰਾਮ ਰੋਜ਼ ਦੇਸੀ ਘਿਓ ਦਾ ਦੁੱਧ ਫੈਂਟ ਕੇ ਪੀਣਾ ਹੈ ਚੰਗੀ ਤਰ੍ਹਾਂ, ਅਤੇ ਤੁਹਾਨੂੰ 3 ਮਹੀਨੇ ਬਾਅਦ ਆਰਾਮ ਆਏਗਾ। ਕਹਿੰਦੇ ਵੀ ਮੈਨੂੰ ਤਾਂ ਆਰਾਮ ਹੁਣੇ ਹੀ ਆ ਗਿਆ। ਜਦੋਂ ਇੰਨੀ ਗੱਲ ਹੋਈ ਤਾਂ ਜਿਹੜੇ ਦੱਸਣ ਵਾਲੇ ਪ੍ਰੇਮੀ ਸੀ ਉਹ ਬੜੇ ਹੈਰਾਨ ਹੋ ਕਹਿਣ ਲੱਗੇ ਵੀ ਇਹ ਕਿਵੇਂ ਹੋ ਸਕਦਾ ਹੈਗਾ। ਉਹਨੇ ਕਿਹਾ ਸੀ ਕਿ ਮੈਂ ਕਿਲੋ 1.5 ਕਿਲੋ ਦੇਸੀ ਗਾਂ ਦੇ ਦੁੱਧ ਦੇ ਵਿੱਚ 100-200 ਗ੍ਰਾਮ ਦੇਸੀ ਗਾਂ ਦਾ ਘਿਓ ਜਿਹੜਾ ਸੀ ਪੂਰੀ ਤਰ੍ਹਾਂ ਫੈਂਟ ਕੇ ਜਦ ਪੀਤਾ ਸੀਗਾ, ਅਤੇ ਪੀਣ ਤੋਂ ਬਾਅਦ ਕਹਿੰਦੇ ਫਿਰ ਮੈਂ ਬੈਠਾ ਨਹੀਂ ਅਤੇ ਯਕਦਮ ਮੇਰੇ ਕੰਨਾਂ ਦੇ ਵਿੱਚ ਕਹਿੰਦੇ ਜ਼ੋਰ ਦੇ ਜਿਹੜਾ ਸੀ ਉਹ ਪਟਾਕਾ ਪਿਆ, ਜਿਵੇਂ ਕਹਿ ਲਓ ਵੀ ਜਿਵੇਂ ਕਿਤੇ ਗੁਬਾਰਾ ਫਟਿਆ ਹੁੰਦਾ ਹੈ। ਉਹ ਨਾੜੀਆਂ ਜਿਹੜੀਆਂ ਸੀ ਉਹ ਜਿਹੜੀਆਂ ਹਵਾ ਦੇ ਨਾਲ ਰੁਕੀਆਂ ਸੀ, ਜਿਹਦੇ ਵਿੱਚ ਹਵਾ ਦੇ ਨਾਲ ਬੰਦ ਹੋ ਗਈਆਂ, ਸੁੰਗੜ ਗਈਆਂ ਸੀਗੀਆਂ, ਉਹ ਪਟਾਕੇ ਕਰਕੇ ਜਿਹੜੀ ਸੀ ਹਵਾ ਪੂਰੀ ਤਰ੍ਹਾਂ ਬਾਹਰ ਨਿਕਲ ਗਈ ਅਤੇ ਨਾੜੀਆਂ ਜਿਹੜੀਆਂ ਸੀ ਪੂਰੀ ਤਰ੍ਹਾਂ ਸਾਫ਼ ਹੋ ਗਈਆਂ। ਉਹ ਹਵਾ ਦੇ ਨਿਕਲਦੇ ਨੇ ਨਾੜੀਆਂ ਦੇ ਵਿੱਚ ਜਿਹੜਾ ਮਾੜਾ ਮੋਟਾ ਕਚਰਾ ਸੀਗਾ ਉਹ ਵੀ ਬਾਹਰ ਨਿਕਲ ਗਿਆ, ਨਾੜੀਆਂ ਸਾਫ਼ ਹੋ ਗਈਆਂ, ਅਤੇ ਕਹਿੰਦੇ ਹੁਣ ਮੈਨੂੰ ਪਹਿਲੇ ਦੀ ਤਰ੍ਹਾਂ ਪੂਰੀ ਤਰ੍ਹਾਂ ਸੁਣਦਾ ਹੈਗਾ। ਸੋ ਇਹ ਬੜੇ ਕਮਾਲ ਦੇ ਨੁਕਤੇ ਹੈਗੇ ਆ ਜਿਹੜੇ ਮਹਾਂਪੁਰਖਾਂ ਨੇ ਸਮੇਂ ਦੇ ਵਿੱਚ ਅਜਮਾਏ ਹੋਏ ਆ। ਸੋ ਇੱਕ ਜਿਹੜੇ ਮਹਾਂਪੁਰਖ ਸੀ ਉਹ ਦੱਸਦੇ ਹੁੰਦੇ ਸੀ, ਕਹਿੰਦੇ ਫਰਜ਼ ਕਰੋ ਵੀ ਕਿਸੇ ਨੂੰ ਟਾਈਫਾਇਡ ਬੁਖਾਰ ਹੋ ਗਿਆ ਹੋਵੇ। ਹੁਣ ਇਹ ਵੀ ਨੁਕਤਾ ਜਿਹੜਾ ਲਿਖਣ ਵਾਲਾ ਹੈਗਾ, ਉਹ ਕਹਿੰਦੇ ਟਾਈਫਾਇਡ ਬੁਖਾਰ ਹੋਇਆ ਹੋਵੇ ਅਤੇ ਇਹ ਬੁਖਾਰ ਟੁੱਟੇ ਨਾ, ਇਹਦਾ ਸੌਖਾ ਤਰੀਕਾ ਕੀ ਆ। ਕਹਿੰਦੇ ਸੌਖਾ ਤਰੀਕਾ ਹੈ ਕਿ ਤੁਸੀਂ ਸਰਬਲੋ ਦਾ ਇੱਕ ਬਾਟਾ ਲੈ ਲੈਣਾ, ਉਸ ਬਾਟੇ ਦੇ ਵਿੱਚ ਕਹਿੰਦੇ 3 ਦਿਨ ਜਲ ਪਾ ਕੇ ਖੂਬ ਪੀਣਾ ਹੈਗਾ। ਜਦੋਂ ਕਹਿੰਦੇ ਖੂਬ ਤੁਸੀਂ ਜਲ ਪਾ ਕੇ ਉਸ ਸਰਬਲੋ ਦੇ ਬਾਟੇ 'ਚ ਪੀਓਗੇ, 3 ਦਿਨਾਂ ਦੇ ਬਾਅਦ ਜਿਹੜਾ ਟਾਈਫਾਇਡ ਬੁਖਾਰ ਉਹ ਪੂਰੀ ਤਰ੍ਹਾਂ ਟੁੱਟ ਜਾਊਗਾ, ਆਰਾਮ ਹੋ ਜਾਊਗਾ ਬਿਲਕੁਲ। ਟਾਈਫਾਇਡ ਬਿਨਾਂ ਦਵਾਈ ਤੋਂ ਕਹਿੰਦੇ ਆਰਾਮ ਹੋ ਜਾਊਗਾ।
ਫਿਰ ਉਹ ਮਹਾਤਮਾ ਇਹ ਵੀ ਦੱਸਦੇ ਸੀ ਵੀ ਟਾਈਫਾਇਡ ਜਿਹੜਾ ਬੁਖਾਰ ਹੁੰਦਾ ਇਹਦਾ ਹੋਣ ਦਾ ਜਿਹੜਾ ਕਾਰਨ ਉਹ ਕਾਰਨ ਇਹ ਹੈ ਕਿ ਜਦੋਂ ਅਸੀਂ ਆਂਡਿਆਂ ਦਾ ਸੇਵਨ ਕਰਦੇ ਹਾਂ। ਸੋ ਜਿਹੜਾ ਆਂਡਿਆਂ ਦਾ ਸੇਵਨ ਆ ਇਹ ਟਾਈਫਾਇਡ ਬੁਖਾਰ ਨੂੰ ਜ਼ਿਆਦਾ ਜਨਮ ਦਿੰਦਾ ਹੈਗਾ। ਉਹਦੇ ਵਿੱਚ ਉਹਨਾਂ ਮਹਾਤਮਾ ਨੇ ਦੱਸਿਆ ਸੀਗਾ ਕਿ ਜਿਹੜੇ ਆਂਡੇ ਖਾਂਦੇ ਹਨ, ਸੇਵਨ ਕਰਦੇ ਆਂਡਿਆਂ ਦਾ ਵਿਅਕਤੀ, ਇਹ ਆਂਡਾ ਉਹਨਾਂ ਦੇ ਪੇਟ ਦੇ ਵਿੱਚ ਜਾ ਕੇ ਜਿਹੜੀ ਪਾਣੀ ਦੀ ਮਾਤਰਾ ਹੁੰਦੀ ਉਹਨੂੰ ਸੁਕਾਉਂਦਾ ਹੈਗਾ ਤਾਂ ਆਪਣੇ ਕੋਲੋਂ ਵੀ ਪਾਣੀ ਇਹ ਬਣਾਉਂਦਾ ਨਹੀਂ ਆ। ਇਸ ਕਰਕੇ ਜਦੋਂ ਸਰੀਰ ਦੇ ਵਿੱਚੋਂ ਪਾਣੀ ਦੀ ਮਾਤਰਾ ਸੁੱਕ ਜਾਂਦੀ ਆ, ਪਾਣੀ ਪੂਰੀ ਤਰ੍ਹਾਂ ਆਂਡਾ ਜਿਹੜਾ ਸੰਕੋਚ ਲੈਂਦਾ ਹੈ, ਉਸ ਤੋਂ ਬਾਅਦ ਫਿਰ ਜਿਹੜੀਆਂ ਨਾੜਾਂ ਦੇ ਵਿੱਚ ਜਿਹੜੀ ਗਰਮੀ ਹੈਗੀ ਆ ਉਹ ਪਾਣੀ ਨਾ ਹੋਣ ਕਰਕੇ ਜ਼ਿਆਦਾ ਤੱਤੀ ਹੋ ਜਾਂਦੀ ਆ, ਜਿਹਦੇ ਕਰਕੇ ਫਿਰ ਜਿਹੜਾ ਬੁਖਾਰ ਟਾਈਫਾਇਡ ਜ਼ਿਆਦਾ ਹੋ ਜਾਂਦਾ। ਫਿਰ ਬੁਖਾਰ ਜਿਹੜਾ ਉਤਰਦਾ ਨਹੀਂਗਾ। ਬਸ ਇਹਨੂੰ ਤਾਰਨ ਦਾ ਕਹਿੰਦੇ ਇੱਕ ਤਰੀਕਾ ਹੈਗਾ, ਸਰਬਲੋ ਦਾ ਬਾਟਾ ਲੈ ਲੈਣਾ, ਇਸ ਬਾਟੇ ਦੇ ਵਿੱਚ ਜਲ ਪਾ ਕੇ 3 ਦਿਨ ਕਹਿੰਦੇ ਖੂਬ ਪੀਣਾ, ਜਿੰਨਾ ਵੀ ਕੋਈ ਪੀ ਸਕਦਾ ਹੈ। 3 ਦਿਨਾਂ ਤੋਂ ਬਾਅਦ ਕਹਿੰਦੇ ਤੁਸੀਂ ਦੇਖੋਗੇ ਟਾਈਫਾਇਡ ਬੁਖਾਰ ਜਿਹੜਾ ਖੰਭ ਲਾ ਕੇ ਉੱਡ ਜਾਊਗਾ। ਔਰ ਦੇਖੋ ਬੜਾ ਸੌਖਾ ਅਤੇ ਸਿੰਪਲ ਇਲਾਜ ਆ, ਜਿਹਦੇ ਉੱਤੇ ਪੈਸੇ ਖਰਚਣ ਦੀ ਕੋਈ ਗੁੰਜਾਇਸ਼ ਨਹੀਂ ਹੈਗਾ। ਸੋ ਇੱਕ ਹੈ ਨਾ ਮਹਾਤਮਾ ਨੇ ਦੱਸਿਆ ਸੀਗਾ ਕਿ ਕਿਸੇ ਦੀ ਦਿਲ ਦੀ ਧੜਕਣ ਵੱਜ ਜਾਵੇ, ਦਿਲ ਦੀ ਬਿਮਾਰੀ ਹੋ ਜਾਵੇ, ਤਾਂ ਉਹਦੇ ਵਾਸਤੇ ਵੀ ਬੜਾ ਸੌਖਾ ਇਲਾਜ ਮਹਾਂਪੁਰਖਾਂ ਨੇ ਦੱਸਿਆ ਸੀਗਾ। ਉਹਦੇ ਵਿੱਚ ਉਹਨੇ ਦੱਸਿਆ ਸੀਗਾ ਵੀ ਜਿਹੜੀ ਮੂੰਗੀ ਦੀ ਦਾਲ ਵਾ ਹੈ ਨਾ, ਜਿਨ੍ਹਾਂ ਨੂੰ ਅਕਸਰ ਇਹ ਬਿਮਾਰੀ ਆ ਵੀ ਦਿਲ ਦੀ ਧੜਕਣ ਜ਼ਿਆਦਾ ਵੱਧਦੀ, ਇਹ ਕੁਛ ਹੈਗਾ। ਇਸ ਮੂੰਗੀ ਦੀ ਦਾਲ ਦੇ ਵਿੱਚ ਕਹਿੰਦੇ ਵੀ ਤਕਰੀਬਨ 12 ਗ੍ਰਾਮ 1 ਤੋਲਾ, ਜਿਹਨੂੰ ਕਹਿੰਦੇ ਆ ਵੀ 12 ਗ੍ਰਾਮ 1 ਤੋਲਾ ਹੈ ਨਾ ਦੇਸੀ ਘਿਓ ਰੋਜ਼ ਪਾ ਕੇ ਪੂਰੀ ਤਰ੍ਹਾਂ ਘੋਲ ਕੇ ਇਹ ਜਿਹੜੀ ਕਹਿੰਦੇ ਆ ਦਾਲ ਪੀਣੀ ਹੈਗੀ ਆ। ਜਦੋਂ ਕਹਿੰਦੇ ਤੁਸੀਂ ਮੂੰਗੀ ਦੀ ਦਾਲ ਦੇ ਵਿੱਚ ਦੇਸੀ ਘਿਓ, ਉਹ ਵੀ ਦੇਸੀ ਗਾਂ ਦਾ ਜਿਹੜਾ ਦੇਸੀ ਘਿਓ ਆ ਉਸ ਮੂੰਗੀ ਦੀ ਦਾਲ ਵਿੱਚ ਰੋਜ਼ ਮਿਲਾ ਕੇ ਪੀਓਗੇ ਅਤੇ ਕਹਿੰਦੇ ਵੀ ਤੁਹਾਡੀ ਜਿਹੜੀ ਦਿਲ ਦੀ ਧੜਕਣ ਆ ਉਹ ਪੂਰੀ ਤਰ੍ਹਾਂ ਹਟ ਜਾਊਗੀ। ਜਿਉਂ ਕਹਿ ਲਓਗੇ ਕਿ ਨਾੜਾਂ ਪੂਰੀ ਤਰ੍ਹਾਂ ਖੁੱਲ੍ਹ ਜਾਣਗੀਆਂ। ਉਹਨਾਂ ਮਹਾਂਪੁਰਖਾਂ ਨੇ ਇਸ ਨੂੰ ਅਜਮਾਏ ਉਹਦਾ ਦੱਸਿਆ ਸੀਗਾ ਕਿ ਇੱਕ ਸੱਜਣ ਜਿਨ੍ਹਾਂ ਦੀ ਨੂੰ ਦਿਲ ਦੀ ਬਿਮਾਰੀ ਸੀਗੀ, ਅਤੇ ਕਹਿੰਦੇ ਵੀ ਉਹ ਜਦ ਦਿਲ ਦੇ ਸਪੈਸ਼ਲਿਸਟ ਡਾਕਟਰ ਕੋਲ ਗਏ ਸੀ ਅਤੇ ਉਸ ਡਾਕਟਰ ਨੇ ਜਿਹੜਾ ਸੀ ਜਦੋਂ ਚੈੱਕ ਕੀਤਾ ਸੀ ਤਾਂ ਉਹਨਾਂ ਨੂੰ ਕਹਿ ਦਿੱਤਾ ਸੀਗਾ ਕਿ ਤੇਰੀ ਇਸ ਦਿਲ ਦੀ ਬਿਮਾਰੀ ਕਾਰਨ ਹੈ ਤੇਰੇ ਸਰੀਰ ਦੀ ਬਾਈਪਾਸ ਸਰਜਰੀ ਕਰਨੀ ਪਊਗੀ। ਦੇਖੋ ਹੁਣ ਬਾਈਪਾਸ ਸਰਜਰੀ ਕਰਾਉਣੀ ਕੋਈ ਖਾਲਾ ਜੀ ਦਾ ਬਾੜਾ ਨਹੀਂ, ਅਤੇ ਇਹਦੇ ਵਿੱਚ ਖਰਚਾ ਵੀ ਕਿੰਨਾ ਆਉਂਦਾ। ਉਹ ਸੱਜਣ ਫਿਰ ਨਾ ਪੂਰੀ ਤਰ੍ਹਾਂ ਡਰ ਗਿਆ ਸੀ ਜਦੋਂ ਡਾਕਟਰ ਨੇ ਬਾਈਪਾਸ ਸਰਜਰੀ ਦਾ ਦੱਸਿਆ ਸੀਗਾ, ਇਸ ਤੋਂ ਬਗੈਰ ਜਿਹੜਾ ਹੈ ਨਾ ਤੇਰੀਆਂ ਜਿਹੜੀਆਂ ਨਾੜਾਂ ਦਿਲ ਦੀਆਂ ਖੁੱਲ੍ਹਣੀਆਂ ਨਹੀਂ ਹੈਗੀਆਂ। ਜਾਂ ਤਾਂ ਕਈ ਵਾਰ ਇਹ ਹੁੰਦਾ ਹੈਗਾ ਕਿ ਜਿਹਨੂੰ ਦਿਲ ਦੀ ਬਿਮਾਰੀ ਧੜਕਣ ਤੇਜ਼ ਹੋ ਜਾਂਦੀ ਆ, ਡਾਕਟਰ ਕੀ ਕਰਦੇ ਆ ਕਿ ਉਹਦੇ ਸਰੀਰ ਦੇ ਵਿੱਚ ਇੱਕ ਵਾਲ ਜਿੰਨੀਆਂ ਜਿਹੜੀ ਆ ਇੱਕ ਪਿੰਨ ਹੈਗੀ ਉਹ ਸਰੀਰ 'ਚ ਪਾਉਂਦੇ ਤਾਂ ਜੋ ਨਾੜਾਂ ਖੁੱਲ੍ਹਣ। ਪਰ ਮਹਾਂਪੁਰਖਾਂ ਨੇ ਬੜਾ ਸੌਖਾ ਤਰੀਕਾ ਦੱਸਿਆ, ਕਹਿੰਦੇ ਕੋਈ ਘਬਰਾਉਣ ਦੀ ਲੋੜ ਨਹੀਂ, ਤੁਸੀਂ ਮੂੰਗੀ ਦੀ ਦਾਲ ਲੈ ਲਓ। ਮੂੰਗੀ ਦੀ ਦਾਲ ਦੇ ਵਿੱਚ 1 ਗ੍ਰਾਮ ਰੋਜ਼ ਦੇਸੀ ਗਾਂ ਦਾ ਦੇਸੀ ਘਿਓ ਪਾ ਕੇ ਇਹਨੂੰ ਚੰਗੀ ਤਰ੍ਹਾਂ ਕਹਿੰਦੇ ਮਿਕਸ ਕਰਕੇ ਨਾ ਰੋਜ਼ ਖਾਣਾ ਸ਼ੁਰੂ ਕਰ ਦਿਓ। ਜਦੋਂ ਕਹਿੰਦੇ ਅੰਮ੍ਰਿਤ ਵੇਲੇ ਮੂੰਗੀ ਦੀ ਦਾਲ ਤੁਸੀਂ ਖਾਣੀ ਸ਼ੁਰੂ ਕਰੋਗੇ, ਇਸ ਤੋਂ ਬਾਅਦ ਫਿਰ ਕਹਿੰਦੇ ਤੁਸੀਂ ਦੇਖੋਗੇ ਵੀ ਤੁਹਾਡੀਆਂ ਜਿਹੜੀਆਂ ਦਿਲ ਦੀਆਂ ਬਰੀਕ ਨਾੜੀਆਂ ਹੈਗੀਆਂ ਹਨ ਇਸ ਦੇ ਨਾਲ ਪੂਰੀ ਤਰ੍ਹਾਂ ਖੁੱਲ੍ਹ ਜਾਣਗੀਆਂ। ਅਤੇ ਉਸ ਤੋਂ ਬਾਅਦ ਫਿਰ ਤੁਹਾਡੀ ਜਿਹੜੀ ਧੜਕਣ ਹੈਗੀ ਆ ਉਹ ਬਿਲਕੁਲ ਪਹਿਲੇ ਵਰਗੀ ਹੋ ਜਾਊ, ਜਿਸ ਸਮੇਂ ਦੇ ਵਿੱਚ ਤੁਹਾਡੀ ਜਿਹੜੀ ਧੜਕਣ ਹੈਗੀ ਆ ਉਹ ਕੁਦਰਤੀ ਤੌਰ 'ਤੇ ਹੋਣੀ ਚਾਹੀਦੀ ਆ। ਅਤੇ ਇਸ ਤਰ੍ਹਾਂ ਤੁਹਾਨੂੰ ਜਿਹੜੀ ਇਸ ਬਿਮਾਰੀ ਤੋਂ ਪੂਰੀ ਤਰ੍ਹਾਂ ਰਾਹਤ ਮਿਲ ਜੂਗੀ, ਛੁਟਕਾਰਾ ਹੋ ਜਾਊਗਾ। ਸੋ ਇਹ ਜਿਹੜੇ ਸਾਰੇ ਨੁਕਤੇ ਹਨ ਮਹਾਂਪੁਰਖਾਂ ਦੇ ਅਜਮਾਏ ਹੋਏ ਆ। ਸੋ ਇੱਕ ਮਹਾਂਪੁਰਖ ਦੱਸਦੇ ਸੀ, ਕਹਿੰਦੇ ਬਈ ਇੱਕ ਵਾਰ ਹੈ ਨਾ ਮੇਰਾ ਸਿਰ ਬੜਾ ਦੁਖਦਾ ਸੀ। ਹੁਣ ਸਿਰ ਦੀ ਜਿਹੜੀ ਬਿਮਾਰੀ ਆ ਉਹ ਆਮ ਕਰਕੇ ਹੈਗੀ ਆ, ਪਰ ਉਹਨਾਂ ਨੇ ਜਿਹੜਾ ਇਹਦਾ ਇਲਾਜ ਵਾ ਕਿਸੇ ਦੇਸੀ ਨੁਕਤੇ ਦੇ ਨਾਲ ਨਹੀਂ ਸੀ ਦੱਸਿਆ, ਉਹਨਾਂ ਨੇ ਹੈ ਨਾ ਗੁਰਮਤਿ ਵਿਧੀ ਨਾਲ ਦੱਸਿਆ ਸੀਗਾ। ਉਹਨਾਂ ਮਹਾਂਪੁਰਖਾਂ ਨੇ ਕਿਹਾ ਸੀਗਾ ਕਿ ਸਾਡੀ ਮਾਤਾ, ਜਿਨ੍ਹਾਂ ਨੂੰ ਕਹਿੰਦੇ ਅਸੀਂ ਭਾਬੀ ਜੀ ਕਹਿੰਦੇ ਸੀ, ਕਿਉਂਕਿ ਜਿਹੜੀ ਅੱਲ ਪਈ ਸੀ ਪੁਰਾਣੇ ਸਮਿਆਂ ਦੇ ਵਿੱਚ, ਮਾਤਾ ਪਿਤਾ ਨੂੰ ਕਹਿੰਦੇ ਜੋ ਵੀ ਕੋਈ ਕਿਸੇ ਨਾਮ ਨਾਲ ਪੁਕਾਰਦਾ ਹੁੰਦਾ ਸੀ ਉਸੇ ਨਾਮ ਦੇ ਨਾਲ ਬੱਚੇ ਪੁਕਾਰਨ ਲੱਗ ਪਏ ਸੀ। ਕਹਿੰਦੇ ਸਾਡੀ ਜਿਹੜੀ ਮਾਤਾ ਸੀ, ਸਾਡੀ ਮਾਤਾ ਨੂੰ ਸਾਡੇ ਜਿਹੜੇ ਸਰੀਕੇ ਵਾਲੇ ਜਾਂ ਹੋਰ ਸਾਰੇ ਆਦਮੀ ਸੀ ਜਾਂ ਬੀਬੀਆਂ ਸੀਗੀਆਂ, ਕਹਿੰਦੇ ਭਾਬੀ ਜੀ ਕਹਿੰਦੇ ਸੀਗੇ। ਕਹਿੰਦੇ ਸਾਨੂੰ ਇਹ ਨਹੀਂ ਸੀ ਪਤਾ ਹੁੰਦਾ ਕਿ ਭਾਬੀ ਜੀ ਕੀ ਹੁੰਦੇ, ਅਸੀਂ ਵੀ ਕਹਿੰਦੇ ਆਪਣੇ ਮਾਤਾ ਨੂੰ ਭਾਬੀ ਜੀ ਕਹਿਣ ਲੱਗ ਪਏ। ਇਸੇ ਤਰ੍ਹਾਂ ਕਹਿੰਦੇ ਪੁਰਾਣੇ ਸਮੇਂ ਦੇ ਵਿੱਚ ਜਿਹੜੀਆਂ ਬੀਬੀਆਂ ਹੁੰਦੀਆਂ ਸੀ ਇੰਨੀਆਂ ਚੁਸਤ ਚਲਾਕ ਨਹੀਂ ਸੀ ਹੁੰਦੀਆਂ, ਭੋਲੀਆਂ ਹੁੰਦੀਆਂ ਸੀਗੀਆਂ। ਇਸ ਕਰਕੇ ਬੱਚੇ ਜਿਸ ਵੀ ਨਾਮ ਦੇ ਨਾਲ ਬੁਲਾਉਣ ਉਹਨਾਂ ਨੂੰ ਕੋਈ ਫਰਕ ਨਹੀਂ ਸੀ ਪੈਂਦਾ। ਅਤੇ ਇਸੇ ਤਰ੍ਹਾਂ ਕਹਿੰਦੇ ਸਾਡੇ ਪਿਤਾ ਜੀ ਸੀ, ਉਹਨਾਂ ਨੂੰ ਵੀ ਸਾਰੇ ਜਿਹੜੇ ਸੀ ਉਹ ਭਾਊ ਜੀ ਕਰਕੇ ਬੁਲਾਉਂਦੇ ਹੁੰਦੇ ਸੀ, ਅਤੇ ਕਹਿੰਦੇ ਪਿਤਾ ਜੀ ਨੂੰ ਵੀ ਕੋਈ ਫਰਕ ਨਹੀਂ ਸੀ ਪੈਂਦਾ। ਪਰ ਕਹਿੰਦੇ ਸਾਡੇ ਜਿਹੜੇ ਮਾਤਾ ਪਿਤਾ ਸੀ ਹੈ ਨਾ, ਉਹਨਾਂ ਨੇ ਸਾਨੂੰ ਕਹਿੰਦੇ ਗੁਰਬਾਣੀ ਸਿਖਾਈ ਸੀ, ਜਪਜੀ ਸਾਹਿਬ ਦਾ ਪਾਠ ਸਿਖਾ ਲਿਆ ਸੀ, ਅਤੇ ਇੱਕ ਰਹਿਰਾਸ ਸਾਹਿਬ ਦੀ ਬਾਣੀ ਸਿਖਾ ਲਈ ਸੀ। ਅਤੇ ਰਾਤ ਨੂੰ ਕਹਿੰਦੇ ਉਹਨਾਂ ਨੇ ਕੀਰਤਨ 16 3 ਬਾਣੀਆਂ ਕਹਿੰਦੇ ਮੈਨੂੰ ਬਚਪਨ 'ਚ ਸਿਖਾ ਲਈਆਂ ਸੀਗੀਆਂ। ਉਹ ਮਹਾਤਮਾ ਦੱਸਦੇ ਸੀਗੇ ਇੱਕ ਵਾਰੀ ਕਹਿੰਦੇ ਮੇਰਾ ਸਿਰ ਬੜਾ ਦੁਖੇ। ਕਹਿੰਦੇ ਜਦੋਂ ਸੱਟ ਬੜਾ ਦੁਖੇ, ਕਹਿੰਦੇ ਮੈਂ ਹਨ ਆਪਣੀ ਮਾਤਾ ਜੀ ਨੂੰ ਕਿਹਾ, ਮੈਂ ਕਿਹਾ ਭਾਬੀ ਜੀ ਮੇਰਾ ਸਿਰ ਬੜਾ ਦੁਖਦਾ ਹੈਗਾ। ਅਤੇ ਮਾਤਾ ਜੀ ਕਹਿੰਦੇ ਹੱਸ ਪਏ, ਕਹਿੰਦੇ ਆ ਜਾ ਮੈਂ ਹੁਣੇ ਕਹਿੰਦੇ ਇਸ ਨੂੰ ਠਾਕ ਦਿੰਦੀ ਹਾਂ। ਕਹਿੰਦੇ ਮੈਂ ਕਿਹਾ ਦੇਖੋ ਕਿਵੇਂ ਕਰਦੇ ਆ। ਕਹਿੰਦੇ ਮੇਰੀ ਮਾਤਾ ਜੀ ਨੇ ਹੈ ਨਾ
ਆਪਣੇ ਹੱਥਾਂ ਦੇ ਨਾਲ ਕਹਿੰਦੇ ਸਿਰ ਦੇ ਉੱਤੇ ਜਦੋਂ ਕਹਿੰਦੇ ਪੋਲਾ ਪੋਲਾ ਉਂਗਲਾਂ ਦੇ ਨਾਲ ਕਹਿੰਦੇ ਜਿਹੜਾ ਸਿਰ ਸੀਗਾ ਕਹਿੰਦੇ ਉਂਗਲਾਂ ਦੇ ਨਾਲ ਜਦੋਂ ਕਹਿੰਦੇ ਸਿਰ ਨੂੰ ਦਬਾਇਆ ਨਾ ਐਸਤਾ ਐਸਤਾ ਕਹਿੰਦੇ ਤਕਰੀਬਨ ਬੜਾ ਚਮਤਕਾਰ ਹੋਇਆ ਜੇ ਹੱਥਾਂ ਦੀ ਸ਼ੋਅ ਦਾ ਕਮਾਲ ਸੀਗਾ। ਕਹਿੰਦੇ ਮੈਨੂੰ ਸਮਝ ਨਹੀਂ, ਮੇਰਾ ਸਿਰ ਜਿਹੜਾ ਬੜਾ ਫਟਦਾ ਸੀ ਯਕਦਮ ਕਹਿੰਦੇ ਉਹ ਪਟਾਕਾ ਜਿਹਾ ਪਿਆ ਤੇ ਨਾੜਾਂ ਖੁੱਲ੍ਹ ਗਈਆਂ ਤੇ ਸਿਰ ਪੂਰੀ ਤਰ੍ਹਾਂ ਦਰਦ ਤੋਂ ਰਹਿਤ ਹੋ ਗਿਆ। ਜਦੋਂ ਮਹਾਤਮਾ ਕਹਿੰਦੇ ਸਿਰ ਪੂਰੀ ਤਰ੍ਹਾਂ ਦਰਦ ਤੋਂ ਰਹਿਤ ਹੋ ਗਿਆ, ਮੈਂ ਹੈਰਾਨ ਹੋ ਗਿਆ ਤੇ ਮੈਂ ਆਪਣੀ ਮਾਤਾ ਜੀ ਨੂੰ ਪੁੱਛਿਆ ਵੀ ਮਾਤਾ ਜੀ ਕਿਹੜੀ ਦਵਾਈ ਆ ਜਿਹੜੀ ਤੁਸੀਂ ਮੇਰੇ ਮੱਥੇ ਨੂੰ ਲਾਈ ਆ? ਤੇ ਫਿਰ ਕਹਿੰਦੇ ਮੇਰੇ ਮਾਤਾ ਜੀ ਹੱਸ ਕੇ ਕਹਿਣ ਲੱਗੇ, ਕਹਿੰਦੇ ਪੁੱਤ ਦਵਾਈ ਕੋਈ ਨਹੀਂ ਹੈਗੀ ਆ, ਇਹ ਕੀਰਤਨ ਸੋਹਲੇ ਦੀ ਬਾਣੀ ਦਾ ਪਾਠ ਹੈਗਾ। ਇਹ ਕਹਿੰਦੀ ਵੀ ਮੈਂ ਜਿਹੜਾ ਹੈਗਾ ਇਹ ਆਪਣੇ ਮਨ ਦੇ ਵਿੱਚ ਪੜ੍ਹਿਆ ਹੈਗਾ ਤੇ ਤੇਰਾ ਜਿਹੜਾ ਸਿਰ ਦੁਖਦਾ ਹੈ ਨਾ ਸਹੀ ਹੋ ਗਿਆ ਹੈਗਾ। ਫਿਰ ਕਹਿੰਦੇ ਅਸੀਂ ਪੁੱਛਿਆ ਸੀਗਾ ਵੀ ਉਹ ਕਿਹੜਾ ਪਾਠ ਹੈ ਜਿਹੜਾ ਤੁਸੀਂ ਮੇਰੇ ਸਿਰ ਦੇ ਉੱਤੇ ਪੜ੍ਹਿਆ ਸੀਗਾ, ਮੱਥੇ ਨੂੰ ਲਾ ਕੇ ਆਪਣੀਆਂ ਉਂਗਲਾਂ ਨੂੰ ਦਬਾ ਕੇ ਪੜ੍ਹਿਆ ਸੀ? ਤਾਂ ਫਿਰ ਕਹਿੰਦੇ ਸਾਡੀ ਮਾਤਾ ਜੀ ਨੇ ਸਾਨੂੰ ਦੱਸਿਆ ਸੀਗਾ ਕਿ ਇਹ ਪਾਠ ਸੀਗਾ ਤਾਤੀ ਬਾਉ ਨਾ ਲੱਗੀ ਪਾਰ ਬ੍ਰਹਮ ਸਰਨਾਈ ਚੌਗਿਰਦ ਹਮਾਰੇ ਰਾਮ ਘਰ ਦੁੱਖ ਲੱਗੇ ਨਾ ਭਾਈ। ਬਸ ਕਹਿੰਦੇ ਇੰਨੇ ਦੇ ਨਾਲ ਹੀ ਮੇਰਾ ਸਿਰ ਜਿਹੜਾ ਸੀਗਾ ਉਹ ਜਾਦੂ ਦੀ ਤਰ੍ਹਾਂ ਕਹਿੰਦੇ ਪੂਰੀ ਤਰ੍ਹਾਂ ਜਿਹੜਾ ਸੀਗਾ ਉਹ ਗਾਇਬ ਹੋ ਗਿਆ ਸੀ। ਅੱਜ ਤੱਕ ਮਹਾਤਮਾ ਕਹਿੰਦੇ ਮੇਰਾ ਸਿਰ ਨਹੀਂ ਦੁਖਿਆ ਹੈਗਾ। ਅੱਜ ਤੱਕ ਮਹਾਤਮਾ ਬਿਰਧ ਹੋ ਗਏ। ਐਸੀ ਉਹਨਾਂ ਹੱਥਾਂ ਦੇ ਜਿਹੜੀ ਕਰਮਾਤ ਸ਼ੋਅ ਸੀ। ਸੋ ਕਹਿਣ ਤੋਂ ਭਾਵ ਇਹ ਆ ਕਿ ਮਹਾਂਪੁਰਖਾਂ ਵੱਲੋਂ ਅਜਮਾਏ ਹੋਏ ਜਿਹੜੇ ਨੁਕਤੇ ਆ ਨਾ ਇਹ 100% ਜਿਹੜੇ ਆ ਉਹ ਅਸਰ ਕਰਦੇ ਆ। ਗੱਲ ਵਿਸ਼ਵਾਸ ਦੀ ਹੈਗੀ ਆ। ਜਿਨ੍ਹਾਂ ਦੇ ਅੰਦਰ ਵਿਸ਼ਵਾਸ ਹੈਗਾ ਨਾ ਉਹ ਤਾਂ ਇਹਨਾਂ ਤੋਂ ਪੂਰੀ ਤਰ੍ਹਾਂ ਲਾਭ ਉਠਾ ਲੈਂਦੇ ਆ, ਪਰ ਜਿਨ੍ਹਾਂ ਦੇ ਅੰਦਰ ਵਿਸ਼ਵਾਸ ਸ਼ਰਧਾ ਭਾਵਨਾ ਨਹੀਂ ਜਾਗਦੀ ਜਾਂ ਸ਼ੰਕਾ ਰਹਿ ਜਾਂਦਾ ਹੈਗਾ ਉਹ ਇਹਨਾਂ ਨੁਕਤਿਆਂ ਤੋਂ ਉਹਨਾਂ ਫਾਇਦਾ ਨਹੀਂ ਉਠਾ ਸਕਦੇ ਜਿਹੜਾ ਫਾਇਦਾ ਜਿਹੜੇ ਸ਼ਰਧਾਲੂ ਉਠਾ ਜਾਂਦੇ ਆ। ਸੋ ਦਾਸ ਇੰਨੇ ਹੀ ਵਚਨ ਕਰਦਾ ਹੋਇਆ ਖਿਮਾ ਦਾ ਜਾ ਚੁੱਕਾ ਜੀ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।